ਭਾਰਤ ਅਵਲ ਆਇਆ, ਭਾਰਤ ਪਹਿਲੇ ਨੰਬਰ ਤੇ ਆਇਆ, ਪਰ ਕੀ ਭਾਰਤ ਦੇ ਪਹਿਲੇ ਨੰਬਰ ਤੇ ਆਉਣਾ ਇੱਕ ਮਾਣ ਵਾਲੀ ਗੱਲ ਹੈ? ਇਸ ਸਵਾਲ ਦਾ ਵੀ ਜਵਾਬ ਮਿਲੇਗਾ, ਪਰ ਸਭ ਤੋਂ ਪਹਿਲਾਂ ਭਾਰਤ ਪਹਿਲੇ ਨੰਬਰ ਤੇ ਕਿਉਂ ਆਇਆ ਇਹ ਜਾਣਨਾ ਜ਼ਰੂਰੀ ਹੈ। ਭਾਰਤ ਆਬਾਦੀ ਦੇ ਮਾਮਲੇ ਨੂੰ ਲੈ ਕੇ, ਆਬਾਦੀ ਨੂੰ ਲੈ ਕੇ ਪਹਿਲੇ ਨੰਬਰ ਤੇ ਆਇਆ। ਚੀਨ ਨੂੰ ਵੀ ਪਛਾੜ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜੋ ਅੰਕੜੇ ਸਾਂਝੇ ਕੀਤੇ ਗਏ ਨੇ ਉਹਨਾਂ ਮੁਤਾਬਕ ਭਾਰਤ ਦੀ ਜਿਹੜੀ ਆਬਾਦੀ ਹੈ ਉਹ 142.86 ਕਰੋੜ ਯਾਨੀ ਕਿ 142 ਕਰੋੜ 86 ਲੱਖ ਲੋਕਾਂ ਦੀ ਆਬਾਦੀ ਪਹੁੰਚ ਚੁੱਕੀ ਹੈ, ਜਦਕਿ ਚੀਨ ਦੀ ਆਬਾਦੀ ਜਿਹੜੀ ਦੱਸੀ ਜਾ ਰਹੀ ਹੈ 142 ਕਰੋੜ ਤੇ 57 ਲੱਖ ਲੋਕਾਂ ਦੀ ਆਬਾਦੀ ਹੈ। ਪਰ ਇੱਥੇ ਖੇਤਰਫਲ ਦਾ ਵੀ ਮਾਮਲਾ ਸਾਹਮਣੇ ਆਉਂਦਾ ਹੈ। ਭਾਰਤ ਦਾ ਖੇਤਰਫਲ ਕਿੰਨਾ ਹੈ, ਚੀਨ ਦਾ ਖੇਤਰਫਲ ਕਿੰਨਾ ਹੈ? ਸੁਭਾਵਿਕ ਤੌਰ ਤੇ ਚੀਨ ਭਾਰਤ ਤੋਂ ਵੱਡਾ ਹੈ ਅਤੇ ਚੀਨ ਦੇ ਖੇਤਰਫਲ ਦੇ ਹਿਸਾਬ ਨਾਲ ਚੀਨ ਦੀ ਆਬਾਦੀ ਜਿਹੜੀ ਹੈ ਉਹ ਸੁਭਾਵਿਕ ਹੀ ਹੋਵੇਗੀ, ਪਰ ਦੂਜੇ ਪਾਸੇ ਭਾਰਤ ਦਾ ਖੇਤਰਫਲ ਚੀਨ ਤੋਂ ਘੱਟ ਹੈ ਅਤੇ ਆਬਾਦੀ ਚੀਨ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਚੀਨ ਦੀ ਆਬਾਦੀ ਜਿਹੜੀ ਦੱਸੀ ਜਾ ਰਹੀ ਹੈ ਉਹ 142.57 ਕਰੋੜ ਹੈ ਔਰ ਦੂਜੇ ਪਾਸੇ 142.86 ਕਰੋੜ ਹੋ ਚੁੱਕੀ ਹੈ ਭਾਰਤ ਦੀ ਆਬਾਦੀ। ਇਹ ਕਿਸ ਤਰ੍ਹਾਂ ਭਾਰਤ ਨੂੰ ਇਫੈਕਟ ਕਰੇਗੀ, ਇਸ ਦੇ ਕੀ ਆਉਣ ਵਾਲੇ ਭਵਿੱਖ ਦੇ ਵਿੱਚ ਭਾਰਤ ਨੂੰ ਹਰਜਾਨੇ ਭਰਨੇ ਪੈ ਸਕਦੇ ਨੇ, ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ। ਪਰ ਚੀਨ ਨੇ ਕਿਸ ਤਰ੍ਹਾਂ ਕੰਟਰੋਲ ਕੀਤੀ ਆਪਣੀ ਆਬਾਦੀ, ਇਸ ਉੱਤੇ ਵੀ ਇੱਕ ਨਿਗਾਹ ਮਾਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ 6 ਦਹਾਕਿਆਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਚੀਨ ਦੀ ਆਬਾਦੀ ਦੇ ਵਿੱਚ ਨਿਘਾਰ ਵੇਖਣ ਨੂੰ ਮਿਲਿਆ। ਚੀਨ ਦੀ ਆਬਾਦੀ ਦੇ ਵਿੱਚ ਜੇ ਗੱਲ ਕਰੀਏ, ਜ਼ਿਆਦਾਤਰ ਲੋਕ ਉਹ ਨੇ ਜੋ ਬਜ਼ੁਰਗ ਨੇ, ਯਾਨੀ ਕਿ ਚੀਨ ਨੂੰ ਇੱਕ ਨੌਜਵਾਨ ਦੇਸ਼ ਨਹੀਂ ਕਿਹਾ ਜਾ ਸਕਦਾ, ਉਸ ਦੀ ਆਬਾਦੀ ਨੂੰ ਨੌਜਵਾਨ ਆਬਾਦੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਚੀਨ ਦੇ ਵਿੱਚ ਜ਼ਿਆਦਾਤਰ ਪਾਪੂਲੇਸ਼ਨ ਜਾਂ ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਬਜ਼ੁਰਗਾਂ ਦੀ ਹੈ। ਹਾਲਾਂਕਿ ਭਾਰਤ ਦੇ ਵਿੱਚ ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਨੌਜਵਾਨਾਂ ਦੀ ਹੈ। ਉਸ ਦੇ ਵਿੱਚ ਜ਼ਿਆਦਾਤਰ ਆਬਾਦੀ ਵਾਲੇ ਲੋਕ ਉਹ ਨੇ ਜੋ 12 ਤੋਂ ਲੈ ਕੇ 65 ਸਾਲ ਦੀ ਉਮਰ ਦੇ ਲੋਕ ਨੇ। ਉਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਲੋਕ ਨੇ ਜਿਨ੍ਹਾਂ ਦੀ ਉਮਰ ਜਵਾਨੀ ਦੇ ਵਿੱਚ ਹੈ, ਉਹ ਬੁਢਾਪੇ ਦੇ ਵਿੱਚ ਨਹੀਂ ਗਏ। ਇਸ ਵਾਸਤੇ ਭਾਰਤ ਨੂੰ ਭਾਵੇਂ ਇਹ ਤਾਂ ਕਿਹਾ ਜਾ ਸਕਦਾ ਕਿ ਭਾਰਤ ਇੱਕ ਜਵਾਨ ਦੇਸ਼ ਹੈ, ਪਰ ਕੀ ਭਾਰਤ ਦੀ ਜਵਾਨੀ ਜਾਂ ਫਿਰ ਲਗਾਤਾਰ ਵੱਧਦੀ ਜਵਾਨੀ ਜਿਹੜੀ ਹੈ ਉਹ ਭਾਰਤ ਨੂੰ ਇਫੈਕਟ ਕਰ ਰਹੀ ਹੈ, ਭਾਰਤ ਨੂੰ ਨੁਕਸਾਨ ਪਹੁੰਚਾ ਰਹੀ ਹੈ? ਇਸ ਬਾਰੇ ਵੀ ਜਿਹੜਾ ਜਵਾਬ ਹੈ ਉਹ ਵੀ ਤੁਹਾਨੂੰ ਦੇਵਾਂਗੇ, ਕਿਉਂਕਿ ਇਹ ਦੋ ਚੀਜ਼ਾਂ ਨੇ, ਇਹ ਦੋ ਪੱਖ ਨੇ ਜਿਨ੍ਹਾਂ ਉੱਤੇ ਬੇਸਡ ਇਸ ਦਾ ਜਵਾਬ ਹੋਵੇਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਬੇਸਿਕ ਜ਼ਰੂਰਤਾਂ ਇੱਕ ਦੇਸ਼ ਦੀਆਂ ਕੀ ਹੁੰਦੀਆਂ ਨੇ, ਬੇਸਿਕ ਜ਼ਰੂਰਤਾਂ ਇੱਕ ਦੇਸ਼ ਦੀਆਂ ਉਸਦੇ ਨੈਚੁਰਲ ਰਿਸੋਰਸਿਸ ਹੁੰਦੇ ਨੇ, ਉਹ ਚੀਜ਼ਾਂ ਜਿਹੜੀਆਂ ਕੁਦਰਤ ਵੱਲੋਂ ਇੱਕ ਦੇਸ਼ ਨੂੰ, ਲੋਕਾਂ ਨੂੰ, ਜਾਨਵਰਾਂ ਨੂੰ, ਜਨਜੀਵਨ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਨੇ। ਉਹ ਜ਼ਰੂਰਤਾਂ ਜਿਹਦੇ ਵਿੱਚ ਜ਼ਮੀਨ ਆਉਂਦੀ ਹੈ, ਉਹ ਜ਼ਰੂਰਤਾਂ ਜਿਹਦੇ ਵਿੱਚ ਪਾਣੀ ਆਉਂਦਾ, ਜ਼ਮੀਨ ਹੇਠਲਾ ਪਾਣੀ ਆਉਂਦਾ, ਉਹ ਜ਼ਰੂਰਤਾਂ ਜਿਹਦੇ ਵਿੱਚ ਪੇੜ ਪੌਦੇ ਆਉਂਦੇ ਨੇ, ਸਾਹ ਲੈਣ ਵਾਸਤੇ ਹਵਾ ਆਉਂਦੀ ਹੈ, ਉਹ ਜ਼ਰੂਰਤਾਂ ਹੁੰਦੀਆਂ ਨੇ। ਔਰ ਉਹ ਜ਼ਰੂਰਤਾਂ ਜੇ ਲਗਾਤਾਰ ਆਬਾਦੀ ਵੱਧਦੀ ਜਾਵੇਗੀ ਤਾਂ ਉਹ ਘਟਦੀਆਂ ਜਾ ਸਕਦੀਆਂ ਨੇ। ਹੁਣ ਵੱਧਦੀ ਆਬਾਦੀ ਦੇ ਨਾਲ ਇਹ ਤਾਂ ਨਹੀਂ ਹੋ ਸਕਦਾ ਕਿ ਦੇਸ਼ ਦਾ ਖੇਤਰਫਲ ਵਧਾ ਦਿੱਤਾ ਜਾਵੇ। ਦੇਸ਼ ਦਾ ਖੇਤਰਫਲ ਉਨਾ ਹੀ ਰਹੇਗਾ, ਆਬਾਦੀ ਵੱਧਦੀ ਜਾਵੇਗੀ, ਲੋਕਾਂ ਦੀ ਜ਼ਰੂਰਤ ਜਿਹੜੀ ਹੈ ਉਹ ਜ਼ਿਆਦਾ ਵੱਧਦੀ ਜਾਵੇਗੀ। ਉਹ ਭਾਵੇਂ ਪਾਣੀ ਦੀ ਹੋਵੇ, ਭਾਵੇਂ ਸਾਹ ਲੈਣ ਦੀ ਹੋਵੇ, ਭਾਵੇਂ ਜ਼ਮੀਨ ਦੀ ਹੋਵੇ। ਹੁਣ ਲੋਕਾਂ ਦੇ ਰਹਿਣਾ ਸਹਿਣਾ ਹੈ, ਉਸ ਵਾਸਤੇ ਜ਼ਮੀਨ ਦੀ ਲੋੜ ਹੈ, ਲੋਕਾਂ ਨੂੰ ਰਹਿਣ ਵਾਸਤੇ ਜ਼ਮੀਨ ਮੁਹੱਈਆ ਹੋਣੀ ਚਾਹੀਦੀ ਹੈ। ਲੋਕ ਜ਼ਮੀਨ ਲੈਣਗੇ ਔਰ ਜ਼ਮੀਨ ਲੈਣਗੇ, ਪੇੜ ਕੱਟੇ ਜਾਣਗੇ, ਪਾਣੀ 'ਤੇ ਇਫੈਕਟ ਹੋਵੇਗਾ, ਜ਼ਮੀਨ ਹੇਠਲਾ ਪਾਣੀ ਹੋਰ ਹੇਠਾਂ ਜਾਵੇਗਾ, ਪੇੜ ਕੱਟੇ ਜਾਣਗੇ, ਹਵਾਵਾਂ ਹੋਰ ਮੰਦੀਆਂ ਹੁੰਦੀਆਂ ਜਾਣਗੀਆਂ। ਇਸ ਵਾਸਤੇ ਲੋਕਾਂ ਵਾਸਤੇ ਜ਼ਰੂਰ ਇੱਕ ਮਾੜਾ ਬਦਲਾਅ ਹੈ ਕਿ ਭਾਰਤ ਹੁਣ ਪਹਿਲੇ ਨੰਬਰ ਤੇ ਆ ਗਿਆ। ਹੋ ਸਕਦਾ ਕਿ ਭਾਰਤ ਪਹਿਲੇ ਨੰਬਰ ਤੇ ਆ ਗਿਆ ਹੋਵੇ, ਅਵਲ ਆ ਗਿਆ ਹੋਵੇ, ਚੀਨ ਨੂੰ ਪਿੱਛੇ ਛੱਡ ਦਿੱਤਾ ਹੋਵੇ, ਪਰ ਇਸ ਅਵਲ ਆਉਣ ਦੇ ਭਾਰਤ ਦੇ ਇਸ ਨਵੇਂ ਮੁਕਾਮ ਦਾ ਭਾਰਤ ਉੱਤੇ ਕੀ ਇਫੈਕਟ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਖੈਰ, ਇਸ ਤੋਂ ਬਾਅਦ ਹੋਰ ਚੀਜ਼ਾਂ ਕਈ ਮਾਇਨੇ ਰੱਖਦੀਆਂ ਨੇ, ਕਈ ਨੈਚੁਰਲ ਰਿਸੋਰਸਿਸ ਇੱਦਾਂ ਦੇ ਨੇ ਜੋ ਇਕੋਨਮੀ 'ਤੇ ਇਫੈਕਟ ਕਰਦੇ ਨੇ, ਜੋ ਆਰਥਿਕਤਾ 'ਤੇ ਇਫੈਕਟ ਕਰਦੇ ਨੇ, ਜਿਨ੍ਹਾਂ ਦਾ ਆਰਥਿਕਤਾ 'ਤੇ ਸਿੱਧਾ ਔਰ ਅਸਿੱਧਾ ਪ੍ਰਭਾਵ ਹੁੰਦਾ ਹੈ। ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਚਰਚਾ ਛਿੜ ਸਕਦੀ ਹੈ, ਕਿਉਂਕਿ ਜਿੰਨੀ ਆਬਾਦੀ ਵੱਧਦੀ ਜਾਵੇਗੀ ਉਹਨਾਂ ਚੀਜ਼ਾਂ ਦੀ ਮੰਗ ਉਨੀ ਜ਼ਿਆਦਾ ਵੱਧਦੀ ਜਾਵੇਗੀ, ਉਨੀ ਉਹਨਾਂ ਨੂੰ ਹਾਸਿਲ ਕਰਨ ਦੀ ਜਿਹੜੀ ਹੈ ਉਹ ਇੱਛਾ ਵੱਧਦੀ ਜਾਵੇਗੀ, ਉਨਾ ਹੀ ਉਹਨਾਂ ਨੂੰ ਹਾਸਿਲ ਕਰਨ ਦਾ ਉਪਾਅ ਜਿਹੜਾ ਉਹ ਜ਼ਿਆਦਾ ਫਰੋਲਿਆ ਜਾਵੇਗਾ। ਉਸ ਵਿੱਚ ਹੋ ਸਕਦਾ ਕਿ ਇਹ ਜਿਹੜੇ ਨੈਚੁਰਲ ਰਿਸੋਰਸਿਸ ਨੇ, ਜਿਹੜੇ ਆਰਥਿਕਤਾ 'ਤੇ ਇਫੈਕਟ ਪਾਉਂਦੇ ਨੇ, ਉਹਨਾਂ ਉੱਤੇ ਵੀ ਨਿਗਾਰ ਆਵੇ। ਉਹਨਾਂ ਦੀ ਜਿਹੜੀ ਐਕਸੈਸਿਬਿਲਿਟੀ ਹੈ ਹੋ ਸਕਦਾ ਹੈ ਕਿ ਉਹ ਵੀ ਨਿੱਘਰਦੀ ਜਾਵੇ, ਉਹ ਵੀ ਘਟਦੀ ਜਾਵੇ। ਖੈਰ, ਇਸ ਦੇ ਵਿੱਚ ਭਾਰਤ ਦਾ ਦੋਹਰੇ ਤਰਫੋਂ ਨੁਕਸਾਨ ਹੈ, ਕਿਉਂਕਿ ਇੱਕ ਪਾਸੇ ਤਾਂ ਭਾਰਤ ਨੂੰ ਨੈਚੁਰਲ ਰਿਸੋਰਸਿਸ ਜਿਹੜੇ ਇੱਕ ਜਨ ਜੀਵਨ ਵਾਸਤੇ ਜ਼ਰੂਰੀ ਨੇ ਉਹ ਨਹੀਂ ਮਿਲਣਗੇ, ਔਰ ਦੂਜੇ ਪਾਸੇ ਭਾਰਤ ਨੂੰ ਭਾਰਤ ਦੀ ਆਰਥਿਕਤਾ ਦੇ ਵਿੱਚ ਵੀ ਨਿਘਾਰ ਲਿਆਉਣ ਵਾਲੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੌਜਵਾਨ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਹੁਣ ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ, ਜੇ ਨੌਜਵਾਨ ਵੱਧਦੇ ਜਾ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਆਰਥਿਕਤਾ ਉੱਤੇ।
ਉੱਤੇ ਜਾਂ ਦੇਸ਼ ਦੇ ਸੰਚਾਲਨ ਦੇ ਉੱਤੇ ਨੌਜਵਾਨ ਵੱਧਦੇ ਜਾਣਗੇ, ਉਹਨਾਂ ਦੀ ਨੌਕਰੀ ਕਰਨ ਦੀ ਇੱਛਾ ਵਧੇਗੀ, ਉਹਨਾਂ ਦੀ ਨੌਕਰੀ ਦੀ ਤਲਾਸ਼ ਵਧੇਗੀ, ਪਰ ਨੌਕਰੀਆਂ ਘਟਦੀਆਂ ਜਾਣਗੀਆਂ। ਨੌਕਰੀ ਦੇ ਵਿੱਚ ਗਿਰਾਵਟ ਹੋਏਗੀ, ਨੌਕਰੀ ਉਪਲਬਧਤਾ ਦੇ ਵਿੱਚ ਗਿਰਾਵਟ ਹੋਵੇਗੀ, ਯਾਨੀ ਕਿ ਬੇਰੁਜ਼ਗਾਰੀ ਵੱਧਦੀ ਜਾਵੇਗੀ। ਬੇਰੁਜ਼ਗਾਰ ਦੇਸ਼ ਹੋਣਾ ਜਾਂ ਫਿਰ ਪਾਪੂਲੇਸ਼ਨ ਦੇ ਵਿੱਚ, ਆਬਾਦੀ ਦੇ ਵਿੱਚ ਸਭ ਤੋਂ ਵੱਡਾ ਦੇਸ਼ ਹੋਣਾ, ਇਹਨਾਂ ਦੋਵਾਂ ਦੇ ਵਿੱਚ ਫਰਕ ਜਾਣਨਾ ਹੋਵੇ ਤਾਂ ਜ਼ਰੂਰ ਇਹ ਹੋ ਸਕਦਾ ਹੈ ਕਿ ਬੇਰੁਜ਼ਗਾਰੀ ਕਿਸੇ ਦੇਸ਼ ਨੂੰ ਨਹੀਂ ਚਾਹੀਦੀ, ਬੇਰੁਜ਼ਗਾਰ ਨੌਜਵਾਨੀ ਕਿਸੇ ਦੇਸ਼ ਨੂੰ ਨਹੀਂ ਚਾਹੀਦੀ, ਔਰ ਦੂਜੇ ਪਾਸੇ ਪਾਪੂਲੇਸ਼ਨ ਭਾਵੇਂ ਜਾਂ ਆਬਾਦੀ ਭਾਵੇਂ ਉਹ ਘੱਟ ਵੀ ਜਾਵੇ ਤਾਂ ਕੋਈ ਐਸੀ ਗੱਲ ਨਹੀਂ ਹੁੰਦੀ। ਪਰ ਦੂਜੇ ਪਾਸੇ ਜੇ ਚੀਨ ਦੇ ਵਿੱਚ ਵੱਧਦੇ ਜਾਂ ਘਟਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਸਾਰਾ ਜਿਹੜਾ ਜ਼ਿੰਮਾ ਇਹ ਜਾਂਦਾ ਹੈ ਚੀਨ ਦੇ ਕਮਿਊਨਿਸਟ ਡਿਕਟੇਟਰ ਨੂੰ। ਜੇ ਗੱਲ ਕਰੀਏ ਮਾਓਵਾਦੀ ਵਿਚਾਰਧਾਰਾ ਵਾਲੇ ਲੋਕ ਅਜੇ ਵੀ ਇਹ ਸੋਚਦੇ ਨੇ, ਔਰ ਹੁਣ ਤੱਕ ਇਹੀ ਸਿੱਟਾ ਉੱਥੇ ਕੱਢਿਆ ਜਾਂਦਾ ਹੈ ਕਿ ਪਾਪੂਲੇਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ, ਆਬਾਦੀ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ, ਜਿਸ ਵਾਸਤੇ ਇੱਕ ਪਰਿਵਾਰ ਇੱਕ ਬੱਚੇ ਦੀ ਸਕੀਮ ਜਿਹੜੀ ਹੈ ਉਸ ਵਕਤ ਤੋਂ ਸ਼ੁਰੂ ਹੋਈ ਹੈ ਔਰ ਹੁਣ ਤੱਕ ਉਸ ਦਾ ਪ੍ਰਯੋਗ ਜਿਹੜਾ ਉਹ ਸੂਤਰਾਂ ਮੁਤਾਬਕ ਕੀਤਾ ਜਾਂਦਾ, ਜਿਸ ਵਾਸਤੇ ਇਹ ਅੰਕੜੇ ਜਿਹੜੇ ਨੇ ਉਹ ਆਖਰਕਾਰ ਘਟਨੇ ਸ਼ੁਰੂ ਹੋਏ ਨੇ ਔਰ ਚੀਨ ਜਿਹੜਾ ਉਹ ਪਹਿਲੇ ਨੰਬਰ ਤੋਂ ਹੇਠਾਂ ਆਉਂਦਾ ਦਿਖਾਈ ਦੇ ਰਿਹਾ। ਹੁਣ ਭਾਰਤ ਜਿਹੜਾ ਉਹ ਪਹਿਲੇ ਨੰਬਰ ਤੇ ਚਲਾ ਗਿਆ। ਭਾਰਤ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ, ਔਰ ਕਿਸ ਤਰ੍ਹਾਂ ਭੁਗਤਣਾ ਪੈ ਸਕਦਾ ਹੈ ਉਹਦੇ ਵੱਖ-ਵੱਖ ਪਹਿਲੂ ਨੇ, ਜਿਵੇਂ ਨੈਚੁਰਲ ਰਿਸੋਰਸਿਸ ਦੀ ਕਟੌਤੀ ਹੋ ਸਕਦੀ ਹੈ, ਕਮੀ ਹੋ ਸਕਦੀ ਹੈ, ਉਸ ਤੋਂ ਇਲਾਵਾ ਬੇਰੁਜ਼ਗਾਰੀ ਹੋ ਸਕਦੀ ਹੈ, ਭੁੱਖਮਰੀ ਹੋ ਸਕਦੀ ਹੈ। ਇਹੋ ਜਿਹੀਆਂ ਕਈ ਤਮਾਮ ਚੀਜ਼ਾਂ ਨੇ ਜਿਹੜੀਆਂ ਭਾਰਤ ਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ। ਭਾਰਤ ਦਾ ਅੱਵਲ ਆ ਜਾਣਾ ਭਾਰਤ ਵਾਸਤੇ ਕੋਈ ਮਾਣ ਦੀ ਗੱਲ ਨਹੀਂ ਹੈ, ਭਾਰਤ ਦਾ ਆਬਾਦੀ ਦੇ ਵਿੱਚ ਅੱਵਲ ਆ ਜਾਣਾ ਕੋਈ ਮਾਣ ਦੀ ਗੱਲ ਨਹੀਂ ਹੈ। ਹੋ ਸਕਦਾ ਹੈ ਕਿ ਭਾਰਤ ਨੂੰ ਪਹਿਲੇ ਨੰਬਰ ਤੇ ਲਿਆ ਕੇ ਬਹੁਤ ਸ਼ਿੰਗਾਰਿਆ ਜਾ ਰਿਹਾ ਹੋਵੇ, ਪਰ ਇਹ ਜ਼ਰੂਰੀ ਨਹੀਂ ਹੈ ਕਿ ਆਬਾਦੀ ਦੇ ਵਿੱਚ ਪਹਿਲੇ ਨੰਬਰ ਤੇ ਆ ਜਾਣਾ ਭਾਰਤ ਨੂੰ ਕੋਈ ਤਾਕਤ ਦੇ ਦੇਵੇਗਾ, ਸਗੋਂ ਭਾਰਤ ਦੇ ਨੌਜਵਾਨ ਇਸ ਦਾ ਖਾਮਿਆਜ਼ਾ ਭੁਗਤਣਗੇ, ਭਾਰਤ ਦੀ ਜਵਾਨੀ, ਭਾਰਤ ਦਾ ਬੁਢਾਪਾ ਇਸ ਦਾ ਖਾਮਿਆਜ਼ਾ ਭੁਗਤੇਗਾ। ਇਸ ਵਾਸਤੇ ਕਿਹੜੇ ਲੋੜੀਂਦੇ ਨੁਸਖੇ ਨੇ ਜਿਹੜੇ ਅਪਣਾਉਣੇ ਚਾਹੀਦੇ ਨੇ, ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਕੀ ਕੁਝ ਪਲਾਨ ਕਰਨਾ ਚਾਹੀਦਾ ਨੇ, ਇਹ ਇਸ ਉੱਤੇ ਵਿਚਾਰ ਕਰਨ ਦੀ ਲੋੜ ਹੈ। ਭਾਰਤ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦੀ ਲੋੜ ਹੈ, ਨਹੀਂ ਤਾਂ ਭਾਰਤ ਦੀ ਜ਼ਮੀਨ ਨੂੰ, ਭਾਰਤ ਦੀ ਆਬੋ ਹਵਾ ਨੂੰ ਔਰ ਉਸ ਤੋਂ ਬਾਅਦ ਭਾਰਤ ਦੀ ਜਵਾਨੀ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। Subscribe to One India channel and never miss an update.